Viewers, welcome back in our program. जी डार साहब प्रोग्राम ਨੂੰ ਹੋਰ ਅੱਗੇ ਵਧਾਉਂਦੇ ਆ ਅੱਜ ਦੇ ਅਗਲੇ ਇਸ਼ੂ ਦੇ ਨਾਲ। ਜੀ ਡਾਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਜਦੋਂ ਅਸੀਂ 47 ਤੋਂ ਬਾਅਦ ਕਿਵੇਂ ਭਾਰਤ ਦੇ ਨੈਟਵਰਕ ਨੇ ਔਰ ਇਹ ਏਜੰਸੀਆਂ ਦਾ ਨੈਟਵਰਕ ਹੁੰਦਾ ਉੱਥੇ ਬਹੁਤ ਵਾਰ ਇਹ ਫਰਕ ਨਹੀਂ ਪੈਂਦਾ ਵੀ ਹਕੂਮਤ ਕਿਹਦੀ ਹੈ। ਕੱਲ੍ਹ ਹੀ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ ਕਿ 47 ਤੋਂ ਬਾਅਦ ਈਵਨ ਉੱਤਰ ਪੂਰਬ 'ਚ ਹੁਣ ਬਹੁਤ ਸਾਰਿਆਂ ਨੂੰ ਹੈਰਾਨੀ ਹੋਈ ਕਿ ਕਿਵੇਂ ਬੀਜੇਪੀ ਨੇ ਜਿਹੜਾ ਉਹ ਸਾਰੀਆਂ ਉਹਨਾਂ ਸਟੇਟਾਂ 'ਤੇ ਕਾਬੂ ਕਰ ਲਿਆ, ਉਹਨਾਂ ਨੂੰ ਕਾਬੂ ਕਰ ਲਿਆ। ਅਸਾਮ ਦੇ ਵਿੱਚ ਵੀ ਔਰ ਤ੍ਰਿਪੁਰਾ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਬਣ ਗਈ ਔਰ ਅਰੁਣਾਚਲ ਦੇ ਵਿੱਚ ਤੋਂ ਉਹਨਾਂ ਦਾ MP ਬਣ ਕੇ ਆਇਆ ਜੀ। ਸੋ ਉਸ ਆਰਟੀਕਲ ਜਿਹੜਾ ਕਿ ਉਹਨਾਂ ਦੀ ਅੰਦਰੂਨੀ ਜਾਣਕਾਰੀ 'ਤੇ ਆਧਾਰਿਤ ਸੀ, ਉਹਦੇ 'ਚ ਸੀ ਕਿ ਵੀ ਨਹਿਰੂ ਨੇ 47 ਤੋਂ ਇੱਕਦਮ ਬਾਅਦ, ਹਾਲਾਂ ਉਦੋਂ ਕਿ RSS ਦੇ ਨਥੂਰਾਮ ਗੋਡਸੇ ਨੇ ਗਾਂਧੀ ਦਾ ਮਰਡਰ ਕੀਤਾ ਸੀ, 2-3 ਸਾਲ ਦੇ ਵਿੱਚ ਨਹਿਰੂ ਨੇ RSS ਤੱਕ ਅਪਰੋਚ ਕੀਤੀ ਸੀ ਕਿ ਵੀ ਤੁਸੀਂ ਆਪਣੇ ਜਿਹੜਾ ਪ੍ਰਚਾਰ ਮੰਡਲੀਆਂ ਔਰ ਆਪਣੇ ਹਿੰਦੂਤਵੀ ਜਿਹੜੇ ਨੇ ਪ੍ਰਚਾਰਕ ਉਹਨਾਂ ਨੂੰ ਉੱਤਰ ਪੂਰਬ 'ਚ ਭੇਜੋ, ਲੋਕ ਉੱਥੇ ਈਸਾਈ ਬਣ ਰਹੇ ਨੇ ਧੜਾ ਧੜ। ਔਰ ਇੰਦਰਾ ਗਾਂਧੀ ਨੇ ਵੀ ਜਿਹੜਾ ਇਸ ਸਾਰੇ ਨੂੰ ਜਾਰੀ ਰੱਖਿਆ ਔਰ 1978 'ਚ ਜਨਤਾ ਪਾਰਟੀ ਦੇ ਵੇਲੇ ਹੀ ਉਸ ਖਿੱਤੇ 'ਚ ਜਿਹੜਾ ਈਵਨ ਐਂਟਾਈ ਕਨਵਰਜਨ ਦੇ ਖਿਲਾਫ ਜਿਹੜਾ ਉਹ ਲਾਅ ਉਹਨਾਂ ਨੇ ਪਾਸ ਕੀਤਾ। ਸੋ ਕੁੱਲ ਮਿਲਾ ਕੇ ਇਹ ਫਰਕ ਨਹੀਂ ਪੈਂਦਾ ਵੀ ਕਿਹੜੀ ਹਕੂਮਤ ਕਦੋਂ ਉੱਥੇ ਕੀ ਲੇਬਲ ਹੈ। ਔਰ 62 ਦੀ ਜੰਗ ਤੋਂ ਬਾਅਦ 63 ਦੇ ਵਿੱਚ ਜਿਹੜਾ 26 ਜਨਵਰੀ ਦਾ ਪਹਿਲਾ ਸਮਾਗਮ ਦਿੱਲੀ 'ਚ ਹੋਇਆ 62 ਦੇ ਟਕਰਾਅ ਤੋਂ ਬਾਅਦ, ਉਹਦੇ 'ਚ ਨਹਿਰੂ ਦੇ ਸੱਦੇ ਤੇ RSS ਨੇ ਖਾਕੀ ਨਿਕਰਾਂ ਪਾ ਕੇ ਜਿਹੜਾ ਨੈਸ਼ਨਲ ਡੇ ਪੈਰੇਡ, ਜਿਹੜੀ ਰਿਪਬਲਿਕ ਡੇ ਪੈਰੇਡ ਜਿਹਨੂੰ ਕਹਿੰਦੇ ਨੇ, ਉਹਦੇ 'ਚ ਮਾਰਚ ਕੀਤਾ ਦਿੱਲੀ ਦੇ ਵਿੱਚ। ਹੁਣ ਅਸੀਂ ਦੇਖ ਰਹੇ ਹਾਂ ਇਸੇ ਤਰ੍ਹਾਂ, ਕਿਉਂਕਿ ਸਿੱਖਾਂ ਤੋਂ ਇਹਨਾਂ ਨੂੰ ਪਹਿਲੇ ਦਿਨ ਤੋਂ ਹੀ ਖਤਰਾ ਰਿਹਾ। ਕੱਲ੍ਹ ਹੀ ਮੈਂ ਇੱਕ ਸਿੱਖ ਬਲਕੌਰ ਸਿੰਘ ਕਰਕੇ ਉਹਨਾਂ ਦਾ ਨਾਮ ਹੈ, ਉਹਨੂੰ ਜਾਣਦਾ ਜਦੋਂ ਮਾਸਟਰਸ MA ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਕਰਦਾ ਸੀ ਔਰ ਉਹਨੇ ਆਪਣੇ ਸਾਰੇ ਕੈਰੀਅਰ 'ਚ ਸਕੂਲ, ਕਾਲਜ ਔਰ ਬਾਅਦ 'ਚ ETO ਐਕਸਾਈਜ਼ ਟੈਕਸੇਸ਼ਨ ਆਫਿਸਰ ਰਿਟਾਇਰ ਹੋਇਆ, ਬਲਕੌਰ ਸਿੰਘ ਗਿੱਲ। ਤੇ ਉਹ ਹਮੇਸ਼ਾ ਹੀ ਚਾਦਰਾ ਔਰ ਪੈਰ 'ਚ ਕੱਢੀ ਹੋਈ ਜੁੱਤੀ ਔਰ ਕੁਰਤਾ ਔਰ ਇਹੀ ਉਹਨੇ ਬੰਨਿਆ। ਈਵਨ ਯੂਨੀਵਰਸਿਟੀਆਂ ਦੇ ਵਿੱਚ ਵੀ ਇਸੇ ਉਹਦਾ ਇਹ ਦਾਅਵਾ ਹੈ ਕਿ ਜੀ ਚਾਦਰਾ ਜਿਹੜਾ ਇਹ ਸਾਡਾ ਪੰਜਾਬ ਦਾ ਪਹਿਰਾਵਾ ਹੈ ਔਰ ਮੈਂ ਇਹ ਦੂਸਰਾ ਨਹੀਂ ਪਾਉਣਾ। ਚਲੋ ਇੱਕ ਇੰਟਰਵਿਊ ਦੇ ਵਿੱਚ ਜਿਹੜੀਆਂ 1-2 ਗੱਲਾਂ ਜਿਹੜੀਆਂ ਨੇ ਉਹਨੇ ਕਿਹਾ ਕਿ ਇਹ ਜਿਹੜਾ ਪੰਜਾਬ ਦੇ ਵਿੱਚ ਔਰ ਖ਼ਾਸ ਤੌਰ 'ਤੇ ਸਿੱਖਾਂ ਦੇ ਵਿੱਚ ਲੜਨ ਭਿੜਨ ਦਾ ਸੁਭਾਅ ਹੈ ਕਿ ਇਹ ਭਾਵੇਂ ਹਾਰੇ ਹੀ ਹੋਣ ਲੇਕਿਨ ਇਹ ਚੁੱਪ ਕਰਕੇ ਨਹੀਂ ਕਬੂਲਦੇ, ਇਹ ਲੜਦੇ ਨੇ, ਭਿੜਦੇ ਨੇ। ਔਰ ਇਹ ਗੱਲ ਕਿਸੇ ਨੂੰ ਵੀ ਪਸੰਦ ਨਹੀਂ ਆਉਂਦੀ, ਪਹਿਲਿਆਂ ਨੂੰ ਵੀ ਨਹੀਂ ਸੀ ਆਉਂਦੀ, ਅੱਜ ਵਾਲਿਆਂ ਨੂੰ ਵੀ। ਮੈਂ ਸਮਝਦਾ ਵੀ ਉੱਥੇ ਬੈਠੇ ਜਿਹੜੇ ਗੁਲਾਮੀ ਦੇ ਵਿੱਚ ਨੇ ਉਹਨਾਂ ਲਈ ਇੰਨੀ ਗੱਲ ਕਹਿਣੀ ਵੀ ਜਿਹੜੀ ਆਪਣੇ ਆਪ 'ਚ ਕਾਫੀ ਹੁੰਦੀ ਹੈ ਕਿ ਵੀ ਇਹਨਾਂ ਨੂੰ ਇਹ ਚੰਗੇ ਨਹੀਂ ਲੱਗਦੇ। ਸਿੱਖਾਂ ਨਾਲ ਰੈਸਟ ਆਫ ਦਾ ਕੰਟਰੀ ਜਾਂ ਜਿਹੜਾ ਬਾਕੀ ਹੈ ਹਿੰਦੂਤਵੀ ਹਾਰਟਲੈਂਡ, ਉਹਨਾਂ ਦਾ ਜਿਹੜਾ ਕਰੂਰਾ ਨਹੀਂ ਰਲਦਾ ਹੈ ਕਿਉਂਕਿ ਸਿੱਖ ਉਹਨਾਂ 'ਚ ਫਿੱਟ ਨਹੀਂ ਹੁੰਦੇ। ਔਰ ਇਹ ਗੱਲ ਗਾਂਧੀ ਵੀ, ਨਹਿਰੂ ਵੀ, ਉਹਨਾਂ ਨੇ ਸਾਡਾ ਜਲਾਲ ਦੇਖਿਆ ਸੀ 1920 ਦੀ ਗੁਰਦੁਆਰਾ ਸੁਧਾਰ ਲਹਿਰ ਵੇਲੇ ਵੀ, ਗਦਰ ਪਾਰਟੀ ਦੇ ਥੱਲੇ ਵੀ ਭਗਤ ਸਿੰਘ ਵਰਗੇ ਜਿਹੜੇ ਅਣਖੀ ਨੌਜਵਾਨ ਨੇ ਉਹ ਵੀ ਦੇਖੇ ਸੀ। ਸੋ ਸਿੱਖਾਂ ਨੂੰ ਜਦੋਂ ਉਹਨਾਂ ਨੇ ਕ੍ਰਿਮੀਨਲ ਟ੍ਰਾਈਬ ਐਲਾਨਿਆ ਔਰ ਇਹ ਸਾਰਾ, ਔਰ ਗੁਰੂ ਗ੍ਰੰਥ ਔਰ ਗੁਰੂ ਪੰਥ ਦੋਨਾਂ ਦੇ ਉੱਤੇ ਸਾਈਮਲਟੇਨੀਅਸ ਅਟੈਕ ਉਹਨਾਂ ਨੇ ਕੀਤੇ। ਔਰ ਇਹ ਉਹੀ ਦੌਰ ਸੀ ਜਿਹਦੇ 'ਚ ਨਰਕਧਾਰੀ ਖੜੇ ਕੀਤੇ ਗਏ, ਜਿਹਦੇ 'ਚ ਰਾਧਾ ਸਵਾਮੀ ਬਿਲਟ ਕੀਤੇ ਗਏ, ਜਿਹਦੇ 'ਚ ਇਹ ਸਾਰੇ ਜਿਹੜੇ ਨੇ। ਔਰ ਇੱਕ ਜਦੋਂ ਅਸੀਂ ਬਾਬਾ ਰਾਮ ਸਿੰਘ ਨਾਮਧਾਰੀ ਦੀ ਗੱਲ ਕਰਦੇ ਹਾਂ, ਬਹੁਤ ਵੱਡਾ ਰੈਵੋਲੂਸ਼ਨਰੀ ਬਾਬਾ ਰਾਮ ਸਿੰਘ ਹੋਏ ਨੇ, ਪਰ ਉਹਨਾਂ ਨੇ ਕਿਵੇਂ ਅੰਗਰੇਜ਼ਾਂ ਨੇ ਡਿਸਟਰੋਏ ਕੀਤਾ ਨਾਮਧਾਰਾ, ਇਸ ਸਾਰੀ ਕੂਕਾ ਲਹਿਰ ਨੂੰ। ਨਾਮਧਾਰੀ ਤਾਂ ਬਾਅਦ 'ਚ ਬਣੇ, ਇਹਨਾਂ ਨੂੰ ਕੂਕੇ ਕਹਿੰਦੇ ਸੀ ਕਿ ਵੀ ਇਹ ਉਹਨਾਂ ਨੇ ਪਹਿਲਾਂ ਕਾਲ ਦਿੱਤੀ ਸੀ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ। ਫਿਰ ਉਹਨਾਂ ਨੇ ਕੂਕਿਆਂ ਨੂੰ ਕਾਬੂ ਕੀਤਾ। ਪਹਿਲਾਂ ਤਾਂ ਉਹਨਾਂ ਨੇ ਜਿਹੜੇ ਐਕਟਿਵ ਕੂਕੇ ਆਜ਼ਾਦੀ ਲਈ ਸੀ ਉਹਨਾਂ ਨੂੰ ਬੁੱਚੜਾਂ ਦੇ ਦੁਆਲੇ ਕਰ ਦਿੱਤਾ ਕਿ ਜੀ ਗਾਵਾਂ ਮਾਰ ਰਹੇ ਨੇ, ਫਲਾਣਾ, ਬੁੱਚੜਾਂ ਤੇ ਹਮਲੇ ਕਰਤੇ। ਉਹਦੇ ਬਹਾਨੇ ਉਹਨਾਂ ਨੇ ਫੜ ਕੇ ਤੋਪਾਂ ਨਾਲ ਉਡਾਤੇ। ਰਾਮ ਸਿੰਘ ਹੋਰਾਂ ਨੂੰ ਉਹਨਾਂ ਨੇ ਜਲਾਵਤਨ ਕਰਕੇ ਜਿਹੜਾ ਉਹ ਰੰਗੂਨ ਭੇਜ ਦਿੱਤਾ। ਉਦੋਂ ਅਜੇ ਕਾਲਾ ਪਾਣੀ ਡਿਵੈਲਪ ਨਹੀਂ ਸੀ ਹੋਇਆ ਤੇ ਸਿੰਗਾਪੁਰ ਜਾਂ ਰੰਗੂਨ, ਬਹਾਦਰ ਸ਼ਾਹ ਜ਼ਫਰ ਨੂੰ ਵੀ 1857 ਤੋਂ ਬਾਅਦ ਰੰਗੂਨ ਹੀ ਭੇਜਿਆ ਗਿਆ ਸੀ। ਬਾਬਾ ਰਾਮ ਸਿੰਘ ਜਿਹੜੇ ਨੇ 1860s ਦੇ ਵਿੱਚ ਉਹਨਾਂ ਨੂੰ ਰੰਗੂਨ ਭੇਜਿਆ। ਉੱਥੇ ਉਹਨਾਂ ਦੇ ਕੁਝ ਸਾਲਾਂ ਬਾਅਦ ਉਹਨਾਂ ਦੀ ਮੌਤ ਹੋ ਗਈ। ਔਰ ਉਹਨਾਂ ਨੇ ਜਿਵੇਂ ਇਹ ਮਿਥ ਕ੍ਰੀਏਟ ਕਰ ਦਿੱਤੀ ਕਿ ਜੀ ਬਾਬਾ ਰਾਮ ਸਿੰਘ ਬਿਲਕੁਲ ਠੀਕ ਠਾਕ ਨੇ
ਔਰ ਉਹ ਕੂਕਿਆਂ ਦੇ ਵਿੱਚ ਇੱਕ ਗੱਲ ਘੁਮਾ ਦਿੱਤੀ ਕਿ ਜਦ ਰੂਸ ਪੰਜਾਬੇ ਆਵੇਗਾ, ਬਾਬਾ ਰਾਮ ਸਿੰਘ ਜੀ ਨਾਲ ਹੋਣਗੇ, ਮਲੇਛ ਖਾਲਸੇ ਦਾ ਨਾਸ ਕਰਨਗੇ, ਪੰਥ ਖਾਲਸਾ ਪ੍ਰਗਟ ਕਰਨਗੇ। ਔਰ ਉਹਨਾਂ ਨੇ ਉਹਦੀ ਜਿਉਂਦੀ ਗੱਦੀ ਜਿਹੜੀ ਅੱਗੋਂ ਉਹਨਾਂ ਦੇ ਭਰਾ ਤੇ ਟੱਬਰ ਤੇ ਦੂਜਾ, ਔਰ ਉੱਥੇ ਉਹਨਾਂ ਨੇ ਪੁਲਿਸ ਚੌਕੀ ਬਿਠਾ ਦਿੱਤੀ। ਔਰ ਫਿਰ ਜਿਹੜੇ ਕੂਕੇ ਨੇ ਉਹ ਇਸੇ ਪਾਸੇ ਲਾਤੇ ਕਿ ਵੀ ਉਹ ਆਪਣਾ ਸਾਰਾ ਦਿਨ ਜਿਹੜਾ ਉਹ ਡੋਲ ਮਾਂਜਦੇ ਰਹੋ, ਸੁੱਚਮ ਦੀ ਗੱਲ, ਬ੍ਰਾਹਮਣਵਾਦ ਦੀ ਗੱਲ, ਗਾਵਾਂ ਦੇ ਰੱਖਿਅਕ, ਔਰ ਉਹ ਹਵਨ ਜੇ ਕਰਕੇ। ਔਰ ਦੂਜਾ ਉਹਨਾਂ ਨੂੰ ਐਨ ਜਦੋਂ ਉਹਨਾਂ ਨੂੰ ਬਿਲਕੁਲ ਕਲੀਨ ਕਰਤਾ ਕਿ ਵੀ ਹੁਣ ਇਹਨਾਂ 'ਚ ਕੋਈ ਸਾਹ ਸੱਤ ਨਹੀਂ, ਫਿਰ ਉਹਨਾਂ ਨੇ ਉੱਥੋਂ ਪੁਲਿਸ ਚੌਕੀ ਚੁੱਕ ਲਈ। ਅਕਾਲੀ ਲਹਿਰ ਵੇਲੇ ਵੀ ਇਹ ਭੁਗਤੇ ਅੰਗਰੇਜ਼ਾਂ ਦੇ ਹੱਕ। 47 ਤੋਂ ਬਾਅਦ ਕਿਉਂਕਿ ਇਹਨਾਂ ਨੇ ਹੀ ਵਿਰੋਧ ਵੀ ਕੀਤਾ ਜਦੋਂ ਆਨੰਦ ਮੈਰਿਜ ਐਕਟ ਪਾਸ ਹੋਇਆ। ਇਹ ਅੱਜ ਵੀ ਕੂਕਿਆਂ ਦੇ ਜਿਹੜੇ ਨੇ ਉਹ ਅੱਗ ਦੇ ਨਾਲ ਫੇਰੇ ਲੈਂਦੇ ਨੇ। 47 ਤੋਂ ਬਾਅਦ ਸਭ ਤੋਂ ਜ਼ਿਆਦਾ ਸੂਟ ਹਿੰਦੂ ਤਵੀਆਂ ਨੂੰ ਵੀ, ਸਰਕਾਰ ਨੂੰ ਵੀ, ਕਾਂਗਰਸ ਨੂੰ ਵੀ ਇਹੀ ਕਰਦੇ ਸੀ, ਚਿੱਟ ਕੱਪੜੀ ਹੈ, ਕੱਪੜੇ ਉਹਨਾਂ ਦਾ ਪਹਿਰਾਵਾ ਚਿੱਟਾ ਹੈ। ਪਹਿਰਾਵਾ ਜ਼ਰੂਰ ਬਾਬਾ ਰਾਮ ਸਿੰਘ ਵਾਲਾ ਰੱਖਿਆ, ਪਰ ਇਹਨਾਂ ਦਾ ਹੁਣ ਜਦੋਂ ਦੀਆਂ ਹਿੰਦੂਤਵੀ ਤਾਕਤਾਂ ਜਿਹੜੀਆਂ ਨੇ ਸਿੱਧੇ ਤੌਰ ਤੇ ਪਾਵਰ 'ਚ ਆਈਆਂ, ਕਿਉਂਕਿ ਪਹਿਲਾਂ ਵੀ ਇਹ ਇਹਨਾਂ ਨੂੰ ਵਰਤਦੇ ਰਹੇ। ਜਦੋਂ ਪੰਜਾਬ ਦੇ ਵਿੱਚ ਇੱਕ ਜਿਹੜਾ ਮੀਟ ਪਲਾਂਟ ਲੱਗਣ ਲੱਗਾ ਕਿ ਜਿੰਨੇ ਆਵਾਰਾ ਪਸ਼ੂ ਤੇ ਦੂਜੇ ਤੀਜੇ ਨੇ, ਕੁੱਕਿਆਂ ਨੂੰ ਅੱਗੇ ਕਰਕੇ ਉਹਨਾਂ ਨੇ ਉਹ ਬੰਦ ਕਰਵਾ ਦਿੱਤਾ ਸੀ। ਬਹੁਤ ਵੱਡਾ ਇਹ 90s ਦੀ ਗੱਲ ਹੈ ਕਿ ਜੀ ਕਿਉਂਕਿ ਇਹ ਗਾਂ ਰਕਸ਼ਕ ਵੀ ਨੇ ਔਰ ਇਹ ਪੂਰਾ ਹਿੰਦੂ ਤੋਂ ਵੀ ਰਾਮਨੌਮੀ ਵੀ ਮਨਾਉਂਦੇ ਨੇ ਔਰ ਅੱਗ ਨਾਲ ਫੇਰੇ ਵੀ ਲੈਂਦੇ ਨੇ ਤੇ ਆਪਣੇ ਆਪ ਨੂੰ ਜ਼ਾਹਰਾ ਤੌਰ ਤੇ ਹਿੰਦੂ ਕਹਿੰਦੇ ਨੇ। ਇਹ ਤੋਂ ਵਧੀਆ ਹਿੰਦੂ ਕੀ, ਹਾਂ ਦਾੜੀ ਕੇਸ ਰੱਖੇ ਨੇ, ਪੱਗ ਗੋਲ ਹੈ ਔਰ ਬਾਕੀ ਹੈ। ਹੁਣ ਇਹ ਕਿਵੇਂ ਆਰਐਸਐਸ ਨੇ ਰਾਸ਼ਟਰੀ ਸਿੱਖ ਸੰਗਤ ਖੜੀ ਕੀਤੀ, ਦੂਸਰਾ ਸਾਹਮਣੇ ਹੈ। ਹੁਣ ਸਿੱਧੇ ਸਿੱਧੇ ਇਹਨਾਂ ਕੂਕਿਆਂ, ਇਹਨਾਂ ਨੂੰ ਨਾਮਧਾਰੀਆਂ ਨੂੰ ਸਾਹਮਣੇ ਲਿਆ ਰਹੇ ਨੇ ਉਹ, ਉਸ ਦੇ ਲਈ ਇਹ ਦੱਸਣ ਲਈ ਕਿ ਅਸੀਂ ਸਿੱਖ ਹਿੰਦੂਆਂ ਦਾ ਹਿੱਸਾ ਨੇ। ਔਰ ਅੱਜ ਦੀ ਇਹ ਸਟੋਰੀ ਹੈ ਪ੍ਰਭੂ ਦਿਆਲ ਦੀ BBC ਪੰਜਾਬੀ ਸਰਵਿਸ ਤੇ। ਔਰ ਨਾਮਧਾਰੀ ਸੰਪਰਦਾ ਨੇ ਕਿਹਾ, ਔਰ ਇਹ ਸਿਰਸੇ ਦੇ ਵਿੱਚ ਇੱਕ ਵੱਡਾ ਸਮਾਗਮ ਇਹਨਾਂ ਨੇ ਕੀਤਾ ਹਿੰਦੂ ਸਿੱਖ ਏਕਤਾ ਦੇ ਨਾਂ ਥੱਲੇ, ਜਿੱਥੇ ਆਰਐਸਐਸ ਦਾ ਮੁਖੀ ਮੋਹਨ ਭਾਗਵਤ ਜਿਹੜਾ ਉਹ ਉੱਥੇ ਆਇਆ ਔਰ ਉਹਦੇ 'ਚ ਉਹਨਾਂ ਨੇ, ਮੈਂ ਇਹ ਖਬਰ ਹੀ ਪੜ੍ਹ ਦਿੰਦਾ, BBC ਪੰਜਾਬੀ ਦੀ ਹੈ, ਵਿਦ ਡਿਊ ਰਿਗਾਰਡਸ ਟੂ ਦੈਮ ਔਰ ਵਿਦ ਡਿਊ ਐਕਨੋਲੇਜਮੈਂਟ। ਨਾਮਧਾਰੀ ਸੰਪਰਦਾਇ ਦੇ ਮੁੱਖ ਡੇਰੇ ਭੈਣੀ ਸਾਹਿਬ ਤੋਂ ਅਲੱਗ ਸੁਰ ਰੱਖਣ ਵਾਲੇ ਆਗੂ ਦਲੀਪ ਸਿੰਘ ਨੇ, ਹੁਣ ਇਹਨਾਂ ਦੀ ਵੀ ਆਪਸੀ ਲੜਾਈ ਹੈ, ਇੱਕ ਭੈਣੀ ਸਾਹਿਬ 'ਚ ਬੈਠੇ ਹੈ, ਇਹ ਅੱਡ ਹੈ, ਸਿਰਸੇ 'ਚ ਵੀ ਬੜੀ ਵੱਡੀ ਪ੍ਰਾਪਰਟੀ ਹੈ, ਮੰਡੀ 'ਚ ਵੀ ਨੇ ਹਿਮਾਚਲ ਦੇ। ਹੁਣ ਇਹ ਉੱਥੇ ਬੈਠਾ ਦਲੀਪ ਸਿੰਘ, ਉਸ ਨੇ ਐਲਾਨ ਕੀਤਾ ਕਿ ਉਹ ਅਤੇ ਉਹਨਾਂ ਦੇ ਪੈਰੋਕਾਰ ਰਾਮ ਮੰਦਰ ਉਸਾਰੀ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ। ਹੁਣ ਜੇ ਸਾਨੂੰ ਲੱਗਦਾ ਹੈ ਕਿ ਵੀ ਅਸੀਂ ਸਿੱਖਾਂ ਮੁਸਲਮਾਨਾਂ ਦੀ ਸਾਂਝ ਔਰ ਕਸ਼ਮੀਰ ਦਾ ਮੁੱਦਾ ਹੋਏ, ਆਜ਼ਾਦੀ ਦਾ, ਖਾਲਿਸਤਾਨ ਦਾ ਹੋਏ, ਪਾਕਿਸਤਾਨ 'ਚ ਗੁਰਦੁਆਰਿਆਂ ਦੀ ਸੇਵਾ ਸੰਭਾਲ ਹੋਏ, ਪਾਕਿਸਤਾਨ 'ਚ ਸਿੱਖ ਮੈਰਿਜ ਐਕਟ ਦਾ ਹੋਏ ਔਰ ਸਿੱਖਾਂ ਦੇ ਪ੍ਰਤੀ ਜਿਹੜਾ ਮੁਸਲਮਾਨਾਂ ਦਾ ਰਵੱਈਆ ਜਾਂ ਸਾਡਾ ਮੁਸਲਮਾਨਾਂ ਪ੍ਰਤੀ, ਹੁਣ ਇਹਨੂੰ ਆਰਐਸਐਸ ਜਿਹੜਾ ਇਹ ਮੈਸੇਜ ਦੇਣਾ ਚਾਹੁੰਦਾ ਵੀ ਇਹ ਸਾਡੀ ਘੜੀ ਦੀ ਮੱਛੀ ਨੇ। ਔਰ ਇਹ ਕਹਿ ਰਿਹਾ ਕਿ ਵੀ ਅਸੀਂ ਬਾਬਰੀ ਮਸਜਿਦ ਦੀ ਗੱਲ ਕਰਦੇ ਹਾਂ। ਉਹਨਾਂ ਨੇ ਕਿਹਾ ਮੁਗਲਾਂ ਨੇ ਤਾਂ ਸਵਰਨ ਮੰਦਰ ਨੂੰ 3 ਵਾਰ ਢਾਇਆ ਸੀ, ਪਹਿਲਾਂ ਤਾਂ ਸਵਰਨ ਮੰਦਰ ਕਹਿਣਾ ਉਹਨੂੰ, ਫਿਰ ਮੁਗਲਾਂ ਨੇ, ਕਿਹੜੇ ਮੁਗਲ ਨੇ ਢਾਇਆ ਸੀ? ਜਦੋਂ ਅਸੀਂ ਦੇਖਦੇ ਹਾਂ ਮੱਸਾ ਰੰਗੜ ਬਿਠਾਇਆ, ਉਹਦਾ ਸਿਰ ਵੱਢ ਕੇ ਲੈ ਗਏ ਸੁੱਖਾ ਸਿੰਘ ਮਹਿਤਾਬ ਸਿੰਘ। ਇਹਦਾ ਸੰਬੰਧ ਤਾਂ ਅਬਦਾਲੀ, ਤੈਮੂਰ ਔਰ ਸ਼ਾਹਜਮਾਨ ਨਾਲ ਸੀ। ਮੁਗਲਾਂ ਦੇ ਪੀਰੀਅਡ 'ਚ ਕੋਈ ਦਰਬਾਰ ਸਾਹਿਬ ਢਾਇਆ ਨਹੀਂ ਗਿਆ ਹੈ, ਉਹਨਾਂ ਨੇ ਕੰਟਰੋਲ ਆਪਣੇ 'ਚ ਰੱਖਿਆ। ਫਿਰ ਇਹ ਮਸਜਿਦ ਢਾਉਣਾ ਕੋਈ ਗਲਤ ਨਹੀਂ ਹੈ। ਇਹ ਉਹ ਨਾਮਧਾਰੀ ਜਿਹੜੇ ਬਿਲਕੁਲ ਆਪਣੇ ਆਪ ਨੂੰ ਵੈਜੀਟੇਰੀਅਨ ਔਰ ਨਾਨ ਵਾਇਲੈਂਟ ਔਰ ਅੱਠੇ ਪੈਰ ਬੰਦਗੀ, ਉਹਨੂੰ ਕਹਿੰਦਾ ਕੋਈ ਮਸਜਿਦ ਢਾਉਣਾ ਕੋਈ ਗਲਤੀ ਨਹੀਂ ਹੈ। ਰਾਮ ਮੰਦਰ ਅਸੀਂ ਬਣਾਵਾਂਗੇ, ਇਹ ਸਾਡਾ ਜਨਮ ਸਿੱਧ ਅਧਿਕਾਰ ਹੈ, ਅਸੀਂ ਰਾਸ਼ਟਰਵਾਦੀ ਹਾਂ। ਫਿਰ ਗੱਲ ਇੱਥੇ ਨਹੀਂ ਮੁਕਾਈ, ਉਹਨੇ ਇਹ ਕਿਹਾ, ਦਲੀਪ ਸਿੰਘ ਨੇ ਆਪਣੇ ਸੰਬੋਧਨ 'ਚ ਕਈ ਸਵਾਲ ਖੜੇ ਕੀਤੇ। ਉਹਨਾਂ ਕਿਹਾ, ਔਰ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਪਿਕਚਰਸ ਜਿੱਥੇ ਕਿ ਮੋਹਨ ਭਾਗਵਤ ਉੱਥੇ ਪਹੁੰਚਿਆ ਹੋਇਆ, ਉਹਨਾਂ ਕਿਹਾ ਹਿੰਦੂ ਸਿੱਖ ਏਕਤਾ ਦੀ ਲੋੜ ਕਿਉਂ? ਕੀ ਹਿੰਦੂ ਤੇ ਸਿੱਖ ਵੱਖ-ਵੱਖ ਧਰਮ ਨੇ? ਉਹਨੇ ਕਿਹਾ ਜੀ ਇਹ ਰੱਖਿਆ, ਇਹ ਤਾਂ ਲੋੜ ਹੀ ਨਹੀਂ ਇਹ ਕਹਿਣ ਦੀ, ਕੋਈ ਵੱਖ-ਵੱਖ ਥੋੜੀ ਨੇ। ਉਹਨਾਂ ਕਿਹਾ ਚੰਦ ਬੰਦਿਆਂ ਨੇ ਹਿੰਦੂ ਸਿੱਖਾਂ ਵਿੱਚ ਜ਼ਹਿਰ ਘੋਲ ਦਿੱਤਾ, ਇਹ ਤਾਂ ਧਰਮ ਹੀ ਹਿੰਦੂ ਹੈ, ਹੋਰ ਤਾਂ ਕੋਈ ਹੈ ਨਹੀਂ। ਭਗਵਾਨ ਰਾਮਚੰਦਰ ਨੂੰ ਹਿੰਦੂ ਤੇ ਗੁਰੂ ਨਾਨਕ ਨੂੰ ਸਿੱਖੀ ਨਾਲ ਜੋੜ ਕੇ ਦੇਖਿਆ ਜਾ ਰਿਹਾ, ਪਰ ਉਹਨਾਂ ਨੇ ਕਦੇ ਵੀ ਆਪਣੇ ਆਪ ਨੂੰ ਹਿੰਦੂ ਸਿੱਖ ਵੱਖ-ਵੱਖ ਨਹੀਂ ਕੀਤਾ। ਇਸ ਕਰਕੇ ਸਾਨੂੰ ਹਿੰਦੂ ਸਿੱਖ ਏਕਤਾ ਲਈ ਇਹ ਕਾਰਜ ਕਰਨਾ ਪਿਆ। ਉਹ ਫਿਰ ਉਹ ਹੁਣ ਆਰਐਸਐਸ ਨੂੰ ਜਸਟੀਫਾਈ ਕਰ ਰਿਹਾ ਹੈ। ਉਹਨੇ ਸਵਾਲ ਕੀਤਾ ਸਾਰੇ ਰਾਸ਼ਟਰ ਨੂੰ ਇੱਕ ਕਰਨਾ ਕੀ ਗਲਤ ਹੈ? ਕਿ ਜੋੜਨਾ ਧਰਮ ਹੈ ਤੇ ਤੋੜਨਾ ਅਧਰਮ ਹੈ? ਉਹਨਾਂ ਨੇ ਕਿਹਾ ਕਿ ਨਾਮਧਾਰੀ ਬਾਣੀ ਅਨੁਸਾਰ ਰਾਮਨੌਮੀ ਵੀ ਮਨਾਉਂਦੇ ਹਨ।
ਹੁਣ ਕੋਈ ਭੁਲੇਖਾ ਤਾਂ ਨਹੀਂ ਰਹਿ ਜਾਂਦਾ ਹੈ ਕਿ ਇਹਨਾਂ ਦਾ ਏਜੰਡਾ ਕੀ ਹੈ। ਜੀ ਉਹਨਾਂ ਕਿਹਾ ਮੇਰੇ ਤੇ ਉਂਗਲ ਉੱਠੇਗੀ ਕਿ ਮੈਂ ਆਰਐਸਐਸ ਨੂੰ ਖੁਸ਼ ਕਰਨ ਲਈ ਇਹ ਸੰਮੇਲਨ ਕਰਵਾ ਰਿਹਾ। ਉਹ ਇਸ ਤਰ੍ਹਾਂ ਦੀਆਂ ਉਂਗਲਾਂ ਤੋਂ ਡਰਨ ਵਾਲੇ ਨਹੀਂ ਨੇ ਵੀ ਹੁਣ ਤਾਂ ਸਾਡੇ ਹਿੰਦੂ ਤਵੀਆਂ ਦੀ ਸਰਕਾਰ ਹੈ, ਸਾਨੂੰ ਡਰਨ ਦੀ ਕੀ ਲੋੜ ਹੈ। ਜੀ ਔਰ ਉੱਥੇ ਮੋਹਨ ਭਾਗਵਤ ਨੇ ਕਿਹਾ ਸਾਡੀ ਸੰਸਕ੍ਰਿਤੀ ਸਭ ਨੂੰ ਜੋੜਨ ਵਾਲੀ ਸੰਸਕ੍ਰਿਤੀ ਹੈ ਤੇ ਦੁਨੀਆ ਦੀ ਰਾਹ ਦਸੇਰਾ ਹੈ। ਉਹਨਾਂ ਨੇ ਕਿਹਾ ਕਿ ਆਪਣੀ ਹੋਂਦ ਬਚਾਉਣ ਲਈ ਸਾਨੂੰ ਲੜਨਾ ਵੀ ਪਵੇਗਾ। ਔਰ ਇਹ ਜੈ ਸ਼੍ਰੀ ਰਾਮ ਦੇ ਨਾਅਰਿਆਂ ਉਪਰੰਤ ਅਰਦਾਸ ਨਾਲ ਹਿੰਦੂ ਸਿੱਖ ਏਕਤਾ ਸੰਮੇਲਨ ਸੰਪੰਨ ਹੋਇਆ। ਸੋ ਅੰਦਰ ਯਾਨੀ ਉੱਥੇ ਜੈ ਸ਼੍ਰੀ ਰਾਮ ਵੀ ਹੋਇਆ ਤੇ ਅਰਦਾਸ ਵੀ ਹੋਈ ਤੇ ਕੂਕਿਆਂ ਨੇ ਡਿਕਲੇਅਰ ਕਰਤਾ ਕਿ ਵੀ ਅਸੀਂ ਤਾਂ ਉਹ ਪਹਿਲਾਂ ਤੋਂ ਹੀ ਪਤਾ ਹੈ ਇਹਨਾਂ ਦਾ, ਪਰ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਇਹਦੀ ਟਾਈਮਿੰਗ। ਇੱਕ ਪਾਸੇ ਕਸ਼ਮੀਰ 'ਚ ਕੀ ਕਰ ਰਹੇ ਨੇ, ਪੰਜਾਬ 'ਚ ਸਿੱਖ ਨੌਜਵਾਨ ਬੱਚੇ ਚੁੱਕੇ ਜਾ ਰਹੇ ਨੇ, ਆਰਐਸਐਸ ਦੀਆਂ ਸ਼ਾਖਾਵਾਂ ਨੂੰ ਕੈਪਟਨ ਅਮਰਿੰਦਰ 900 ਸ਼ਾਖਾਵਾਂ ਖੁਲਾ ਰਹੇ, ਐਸਪੀ ਐਸਐਸਪੀ ਭੇਜ ਕੇ ਕਿ ਵੀ ਇਹ ਖੁੱਲ੍ਹੇਆਮ ਬ੍ਰੇਨ ਵਾਸ਼ਿੰਗ ਹੋਏ। ਤੇ ਨਾਲ ਦੀ ਸਟੇਟ ਹਰਿਆਣੇ 'ਚ ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ ਮੋਹਨ ਭਾਗਵਤ ਆ ਕੇ ਇਹ ਕਰ ਰਹੇ। ਔਰ ਇਹ ਗੱਲ ਜ਼ਾਹਰ ਹੈ ਕਿ ਏਜੰਡਾ ਕੀ ਹੈ। ਔਰ ਕੱਲ ਹੀ ਸਾਨੂੰ ਇੱਕ ਲੈਟਰ ਟੀਵੀ 84 ਦੇ ਉੱਤੇ ਮਿਸਟਰ ਜੀਸੀ ਸਿੰਘ ਹੋਰਾਂ ਨੇ ਲਿਖੀ ਜੀ। ਔਰ ਇਹ ਕਿਉਂਕਿ ਸਾਡੇ ਦਰਸ਼ਕ ਪਹਿਲਾਂ ਵੀ ਕਹਿੰਦੇ ਰਹੇ ਨੇ, ਪਿਛਲੇ ਸਾਲ ਤਾਂ ਜਦੋਂ ਇਸ ਦੇ ਉੱਤੇ ਨਾਨਕ ਸ਼ਾਹ ਫਕੀਰ ਦੇ ਉੱਤੇ ਅਸੀਂ ਸੈਗਮੈਂਟ ਕੀਤੇ ਸੀ, ਇਸ ਵਾਰ ਅਸੀਂ ਨਹੀਂ ਭਾਵੇਂ ਨਹੀਂ ਕੀਤਾ ਲੇਕਿਨ ਕੌਮ ਦੇ ਵਿੱਚ ਜਿਹੜੀ ਆਵਾਜ਼ ਬੁਲੰਦ ਹੋਈ ਨਤੀਜੇ ਦੇ ਤੌਰ ਤੇ ਸ਼੍ਰੋਮਣੀ ਕਮੇਟੀ ਨੇ ਜਿਨ੍ਹਾਂ ਨੇ ਪੈਸੇ ਪੂਸੇ ਖਾ ਕੇ ਕਲੀਅਰੈਂਸ ਸਰਟੀਫਿਕੇਟ ਦਿੱਤਾ ਹੋਇਆ ਸੀ ਪਹਿਲੇ ਸੈਕਟਰੀ ਨੇ ਹਰਚਰਨ ਸਿੰਘ ਨੇ, ਮੌਕੇ ਦੇ ਉੱਤੇ ਹੁਣ ਲੌਂਗੋਵਾਲ ਨੂੰ ਜਿਹੜਾ ਉਹ ਵਾਪਸ ਲੈਣਾ ਪਿਆ ਕਿ ਸ਼੍ਰੋਮਣੀ ਕਮੇਟੀ ਨਹੀਂ ਕਰੇਗੀ। ਲੇਕਿਨ ਅਜੇ ਉਹਦੀ ਰਿਲੀਜ਼ ਡੇਟ ਹੈਗੀ ਹੈ, ਉਹ ਰਿਲੀਜ਼ ਕਰਦੇ ਨੇ ਜਾਂ ਕਿਵੇਂ। ਪਰ ਮੈਨੂੰ ਬਹੁਤੀ ਪਰਸਨਲ ਜਾਣਕਾਰੀ ਅਦਰ ਦੈਨ ਕਿਉਂਕਿ ਅਸੀਂ ਲਾਸਟ ਟਾਈਮ ਇਸ ਸਾਰੇ ਇਸ਼ੂ ਤੇ ਕਮੈਂਟ ਕੀਤਾ ਸੀ ਵੀ ਹਰਿੰਦਰ ਸਿੱਕਾ ਜਿਹਨੇ ਇਹ ਬਣਾਈ ਹੈ ਫਿਲਮ, ਉਹਦਾ ਪਿਛੋਕੜ ਕੀ ਹੈ ਜਾਂ ਉਹ ਕੀ ਏਜੰਡਾ ਹੈ। ਤੇ ਜਦੋਂ ਅਸੀਂ ਹੁਣ ਆਰਐਸਐਸ ਦੀ ਗੱਲ ਕਰ ਰਹੇ ਹਾਂ ਤੇ ਇਹ ਜਿਹੜਾ ਕੱਲ ਹੀ ਲੈਟਰ ਆਇਆ ਮੈਨੂੰ ਲੱਗਿਆ ਵੀ ਸੈਗਮੈਂਟ ਦੇ ਵਿੱਚ ਹੀ ਇਹ ਫਿੱਟ ਹੁੰਦਾ ਹੈ। ਉਹਨਾਂ ਦੀ ਇਹ ਲੈਟਰ ਹੈ, ਉਸ ਦੀ ਜਿਹੜੀ ਹੈ ਅਸੀਂ ਦਰਸ਼ਕਾਂ ਦੇ ਛੱਡਦੇ ਹਾਂ ਕਿ ਇਸ ਦੀ ਵੈਰਾਸਿਟੀ ਨੂੰ ਉਹ ਅੱਗੋਂ ਦੇਖਣ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਦੀਆਂ ਦਲੀਲਾਂ ਜਾਂ ਇਹਨਾਂ ਨੇ ਜੋ ਦਿੱਤੀ ਹੈ ਜਾਣਕਾਰੀ ਉਹ ਕਾਫੀ ਜਿਹੜੀ ਹੈ ਇਨਫੋਰਮੇਟਿਵ ਵੀ ਹੈ। ਔਰ ਇਸ ਨੂੰ ਅਸੀਂ ਇਸੇ ਲਾਈਨ 'ਚ ਹੀ ਦੇਖਦੇ ਹਾਂ ਕਿ ਇਹ ਵੀ ਅਲਟੀਮੇਟਲੀ ਆਰਐਸਐਸ ਦੇ ਏਜੰਡੇ 'ਚ ਹੋ ਰਹੀ ਦੀ। ਉਹਨਾਂ ਨੇ ਹੈਡਲਾਈਨ ਦਿੱਤਾ ਹੈ ਹਰਿੰਦਰ ਸਿੱਕਾ, ਇਹ ਜਿਹੜਾ ਪ੍ਰੋਡਿਊਸਰ ਹੈ ਇਸ ਦਾ ਨਾਨਕ ਸ਼ਾਹ ਫਕੀਰ ਦਾ, ਐਨ ਆਰਐਸਐਸ ਟੂਜ ਐਂਡ ਵਰਕਿੰਗ ਫॉर ਆਰਐਸਐਸ ਲੌਂਗ ਟਰਮ ਪ੍ਰੋਜੈਕਟ ਟੂ ਹਿਊਮਿਲੇਟ ਸਿੱਖ ਗੁਰੂਜ਼ ਕਿ ਇਹ ਟੁੱਚ ਹੈ ਆਰਐਸਐਸ ਦਾ ਔਰ ਸਿੱਖ ਗੁਰੂਆਂ ਦਾ ਅਪਮਾਨ ਕਰਨ ਵਾਲਾ ਜਿਹੜਾ ਆਰਐਸਐਸ ਦਾ ਏਜੰਡਾ ਹੈ ਲੌਂਗ ਟਰਮ। ਅਜੇ ਤਾਂ ਬਹੁਤਿਆਂ ਨੂੰ ਲੱਗਦਾ ਨਹੀਂ ਨਾ ਕਿ ਵੀ ਇਹ ਕੀ ਹੈ, ਉਹ ਫਿਰ ਬਾਅਦ 'ਚ ਹੀ ਏਜੰਡਾ ਸਾਹਮਣੇ ਆਉਂਦਾ। ਸੋ ਇਹਨਾਂ ਨੇ ਸਾਡੀ ਕਾਈਂਡ ਅਟੈਂਸ਼ਨ ਕਰਕੇ ਕਿਹਾ ਡੀਅਰ ਡਾਕਟਰ ਸਾਹਿਬ ਗੁਰਫਤਿਹ, this is regarding controversial film Nanak Shah Fakir and its dubious origin and funding. Sikka is being funded by Piramal Group to the tune of almost 60 crores because they are so generous and eager, a quote unquote ke ji dekho 60 crore ਦੇਣ ਦੀ ਬੜੀ ਦਿਆਲਤ ਹੈ, to spread the message of Guru Nanak. Piramal Group is close associate of Modi and RSS. ਗੱਲ ਹੀ ਨਿਬੇੜਤੀ ਉਹਨਾਂ ਨੇ ਕਿ 60 ਕਰੋੜ ਫਾਈਨਾਂਸ ਪੀਰਾਮਲ ਗਰੁੱਪ ਕਰ ਰਿਹਾ ਔਰ ਜ਼ਾਹਰ ਹੈ ਵੀ ਉਹ ਮੋਦੀ ਔਰ ਆਰਐਸਐਸ ਦੇ ਨੇੜੇ ਹੈ ਤੇ ਸਿੱਕੇ ਨੂੰ ਉਹਨਾਂ ਨੇ ਹੀ ਖੜਾ ਕੀਤਾ। ਸੋ ਹੋਰ ਤਾਂ ਕੋਈ ਫਿਰ ਬਹੁਤਾ ਰਹਿ ਨਹੀਂ ਜਾਂਦਾ ਭੁਲੇਖਾ। ਦਿਸ ਫਿਲਮ may not offend Sikhs as much in the present form but that is not the goal। ਭਾਵੇਂ ਅੱਜ ਜਦੋਂ ਹੋਏਗਾ ਕਈਆਂ ਨੂੰ ਲੱਗੇਗਾ ਕੋਈ ਨਹੀਂ ਜੀ ਉਹ ਕੈਮਰਾ ਜਨਰੇਟਡ ਇਮੇਜ ਹੈ, ਬੈਕਗ੍ਰਾਉਂਡ ਦਿਖਾਈ ਹੈ, ਮਾਤਾ ਨਾਨਕੀ ਦਿਖਾਈ ਹੈ, ਭਾਈ ਮਰਦਾਨਾ ਬੈਕ ਤੋਂ ਦਿਖਾਇਆ ਹੈ, ਐਨੀਮੇਟਡ ਫਿਲਮਾਂ ਵੀ ਤਾਂ ਆਈਆਂ ਸੀ ਮੈਂ ਦੇਖਿਆ ਜਿਹੜੀ ਡਿਬੇਟ ਕਮੈਂਟ ਨੇ ਇਦਾਂ ਦੀ। ਪਰ ਉਹਨਾਂ ਨੇ ਕਿਹਾ the goal is to open up the floodgates for the other movies on Sikh gurus where possibly they will be portrayed by all kinds of characters as well and possibly an item girl portraying guru's sister or wife। ਇਹ ਅਲਟੀਮੇਟ ਇਹਨਾਂ ਨੇ ਉਹ ਫਲੱਡ ਗੇਟ ਖੋਲ ਦਿੱਤੇ ਨੇ ਜਿਵੇਂ ਉਹ ਡੈਮਾਂ ਦੇ ਹੁੰਦੇ ਨੇ। ਔਰ ਇਸ ਗੱਲ ਦੀ ਸੰਭਾਵਨਾ ਹੈ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਹਰ ਤਰ੍ਹਾਂ ਦੇ ਕਰੈਕਟਰ ਫਿਲਮਾਂ 'ਚ ਆਉਣਗੇ। ਉਹਦੇ 'ਚ ਕੋਈ ਆਈਟਮ ਗਰਲ ਜਿਹੜੀ ਹੈ ਉਹ ਗੁਰੂ ਸਾਹਿਬਾਨ ਦੀ ਭੈਣ ਜਾਂ ਉਹਨਾਂ ਦੀ ਪਤਨੀ ਉਹਦਾ ਰੋਲ ਵੀ ਪਲੇ ਕਰੇਗੀ। ਇਟ ਇਜ਼ ਐਨ ਐਕਸਟ੍ਰੀਮਲੀ ਸਲਿਪਰੀ ਸਲੋਪ ਵਿਚ ਨਾਈਵ ਸਿੱਖਸ ਡੂ ਨਾਟ ਹੈਵ ਦਾ ਫੋਰਸਾਈਟ ਟੂ ਵਿਜ਼ੂਅਲਾਈਜ਼ ਕਿ ਇਹ ਇੰਨੀ ਤਿਲਕਣੀ ਥਾਂ ਹੈ ਕਿ ਜਿਹੜੇ ਬਹੁਤ ਸਾਰੇ ਨੇ ਸਾਡੇ ਨਾਈਵ ਭੋਲੇ ਭਾਲੇ ਵੀ ਜਾਂ ਅਨਾੜੀ ਸਿੱਖ ਉਹ ਇਸ ਗੇਮ ਨੂੰ ਸਮਝ ਨਹੀਂ ਪਾ ਰਹੇ ਕਿ ਵੀ ਇਹ ਕੀ ਹੈ।
Sikhs are being told that this is the only medium through which they can spread Sikhi without telling them that Islam is the fastest growing religion in the world, without portraying Muhammad Saab or even having a portrait of him anywhere in any Muslim home. ਉਹਨਾਂ ਨੇ ਕਿਹਾ ਜੀ ਇਹ ਜਿਹੜੇ ਸਾਨੂੰ ਅਨਾੜੀ ਸਿੱਖਾਂ ਨੂੰ ਕਨਵਿੰਸ ਕਰ ਰਹੇ ਨੇ ਜੀ ਫਿਲਮ ਬਹੁਤ ਜ਼ਰੂਰੀ ਮੀਡੀਆ ਹੈ, ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਜੀ ਇਹਦੇ ਬਿਨਾਂ ਅਸੀਂ ਕਿਵੇਂ ਆਪਣੇ ਬੱਚਿਆਂ ਨੂੰ ਸਿੱਖੀ ਦੱਸਾਂਗੇ। ਉਹਨਾਂ ਨੇ ਕਿਹਾ ਕਿ ਇਸਲਾਮ ਜਿਹੜਾ ਦੁਨੀਆ 'ਚ ਸਭ ਤੋਂ ਤੇਜ਼ੀ ਦੇ ਨਾਲ ਫੈਲ ਰਿਹਾ ਧਰਮ ਹੈ, ਨਾ ਤਾਂ ਉਹਨਾਂ ਨੇ ਕਦੇ ਹਜ਼ਰਤ ਮੁਹੰਮਦ ਸਾਹਿਬ ਦਾ ਕੋਈ ਪੋਰਟਰੇਟ ਅਲਾਉ ਕੀਤਾ ਹੈ ਬਣਾਉਣਾ, ਨਾ ਹੀ ਕਿਸੇ ਦੇ ਘਰ 'ਚ ਕੋਈ ਹਜ਼ਰਤ ਮੁਹੰਮਦ ਸਾਹਿਬ ਦੀ ਫੋਟੋ ਹੈ। ਔਰ ਇਸ ਸਾਰੇ 'ਚੋਂ ਅਸੀਂ ਫਿਰ ਹਿੰਦੂਤਵਾ ਪ੍ਰੋਪੋਨੈਂਟਸ want to institutionalize in the mind of Sikhs idol worship, Brahminical rituals, baseless magical and occult stories through the medium of TV and films। ਕਿ ਜਿਹੜੇ ਬ੍ਰਾਹਮਣਵਾਦੀ ਨੇ ਹਿੰਦੂਤਵਾ ਦੇ ਪ੍ਰੋਪੋਨੈਂਟ ਨੇ ਉਹ ਸਿੱਖਾਂ ਦੇ ਮਨਾਂ ਦੇ ਵਿੱਚ ਜ਼ਹਿਨ ਦੇ ਵਿੱਚ ਮੂਰਤੀ ਪੂਜਾ, ਬ੍ਰਾਹਮਣਵਾਦ ਦੇ ਜਿਹੜੇ ਕਰਮਕਾਂਡ ਔਰ ਇਹ ਜਿਹੜੇ ਜਾਦੂ ਟੂਣਾ ਜੰਤਰ ਮੰਤਰ ਤੰਤਰ ਇਹ ਟੀਵੀ ਤੇ ਫਿਲਮਾਂ ਰਾਹੀਂ ਆਲਰੇਡੀ ਸਾਡੇ ਬਹੁਤ ਸਾਰੇ ਜਿਹੜੇ ਨੇ ਕੋਈ ਲੌਂਗ ਸਾੜ ਕੇ ਜਿਹੜਾ ਉਹ ਸਮਝਦਾ ਵੀ ਉਹਨੂੰ ਨਜ਼ਰ ਨਹੀਂ ਲੱਗੇਗੀ, ਉਹਨਾਂ ਨੂੰ ਕੋਈ ਹੋਰ ਨਜ਼ਰ ਆਉਂਦਾ ਹੈ, ਕੋਈ ਅਦਰਵਾਈਜ਼ ਟੋਣੇ ਟੁੱਟ ਕੇ ਆਮ ਤਾਂਤਰਿਕ ਇੱਥੇ ਜਿਹੜੇ ਨੇ ਉਹਨਾਂ ਦੀ ਭੀੜ ਜਿਹੜੀ ਹੈ ਉਹ ਸਿੱਖਾਂ ਦੇ ਪੈਸੇ ਦੇ ਨਾਲ ਉਹ ਚੰਗਾ ਆਪਣੇ ਵੱਡੇ ਵੱਡੇ ਘਰ ਬਣਾਉਂਦੇ ਨੇ। ਫਿਰ ਦਾ ਸ਼ਾਰਟ ਟਰਮ ਵਿਦਡਰਾਅਲ ਆਫ ਮੂਵੀ ਵਾਜ਼ ਏ ਕਲਾਸਿਕ RSS ਸਟ੍ਰੈਟਜੀ, ਟੈਸਟ ਦਾ ਵਾਟਰ ਐਂਡ ਰੀਟਰੀਟ and wait for appropriate time to come back and continue with their nefarious agenda। ਕਿ ਭਾਵੇਂ ਉਹਨਾਂ ਨੇ ਵਿਦਡਰਾ ਕਰ ਲਈ ਮੂਵੀ ਉਦੋਂ, ਇਹ RSS ਦਾ ਇੱਕ ਖਾਸ ਤਰੀਕਾ ਹੈ ਵਿਉਂਤਬੰਦੀ ਦਾ ਕਿ ਦੇਖੋ ਕਿ ਪਾਣੀ ਕਿੰਨਾ ਕੁ ਗਰਮ ਹੈ, ਵਾਪਸ ਮੁੜ ਜਾਓ, ਫਿਰ ਦੁਬਾਰਾ ਮੁੜੋ ਔਰ ਫਿਰ ਆਪਣਾ ਜਿਹੜਾ ਤੁਹਾਡਾ ਨੈਫੇਰੀਅਸ ਏਜੰਡਾ ਹੈ ਉਸ ਨੂੰ ਜਾਰੀ ਰੱਖੋ। ਸਿੱਕਾ ਵਾਜ਼ ਇੱਕ ਜਾਣਕਾਰੀ ਜਿਹੜੀ ਉਹਨਾਂ ਨੇ ਹੋਰ ਸਿੱਕੇ ਬਾਰੇ ਦਿੱਤੀ, ਸਿੱਕਾ ਵਾਜ਼ ਆਲਸੋ ਇਨਵੋਲਵਡ allegedly with intelligence operations in Kashmir, where he is supposed to have met a Kashmiri Muslim woman Samat, who marries a Pakistani officer but is actually an agent of Indian agencies। ਉਹਨਾਂ ਨੇ ਕਿਹਾ ਜੀ ਇਹ ਇੰਡੀਅਨ ਇੰਟੈਲੀਜੈਂਸ ਆਪਰੇਸ਼ਨ ਕਸ਼ਮੀਰ 'ਚ ਉਹਨਾਂ 'ਚ ਵੀ ਇਹ ਇਨਵੋਲਵ ਹੈ, ਜਿੱਥੇ ਉਹ ਇੱਕ ਕਸ਼ਮੀਰੀ ਮੁਸਲਮਾਨ ਔਰਤ ਜਿਹਦਾ ਨਾਂ ਸਹਿਮਤ ਹੈ ਜਿਹਨੇ ਜਿਹੜੀ ਕਿ ਪਾਕਿਸਤਾਨੀ ਆਫੀਸਰ ਨਾਲ ਵਿਆਹ ਕਰਦੀ ਹੈ ਪਰ ਅਸਲ 'ਚ ਉਹ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਲਈ ਕੰਮ ਕਰਦੀ ਹੈ। ਸਿੱਕਾ ਆਲਸੋ ਸਪੋਜ਼ਲੀ ਰੋਟ ਏ ਨਾਵਲ ਕਾਲਿੰਗ ਸਹਿਮਤ, ਇਹ ਕੋਟ ਅਨਕੋਟ ਦਾ ਨਾਂ ਹੈ, ਐਂਡ ਇਨ ਇਟਸ ਪ੍ਰੋਮੋਸ਼ਨ ਹੀ ਇਜ਼ ਵੈਰੀ ਹਰਟ that Indian soldiers are being killed in the valley and Indian needs better intelligence। ਕਿ ਉਹਨੇ ਜਿਹੜਾ ਨਾਵਲ ਵੀ ਲਿਖਿਆ ਹੈ ਕਾਲਿੰਗ ਸਹਿਮਤ, ਇਹ ਕਹਾਣੀ ਉਤਰਲੀ ਉਹਨੇ ਦਿੱਤੀ ਹੈ ਕਿ ਵੀ ਸਹਿਮਤ ਜਿਹੜੀ ਹੈ ਪਾਕਿਸਤਾਨੀ ਆਫੀਸਰ ਨਾਲ ਵਿਆਹ ਕਰਦੀ ਹੈ ਪਰ ਏਜੰਟ ਹੈ। ਫਿਰ ਉਹਨੇ ਕਿਹਾ ਕਿ ਵੀ ਇਹ ਉਹਨੂੰ ਇਹ ਸਾਰੇ ਦੇ ਉੱਤੇ ਬੜਾ ਹਰਟ ਹੋਇਆ ਹੈ ਕਿਉਂਕਿ ਉਸ ਕਿਤਾਬ ਨੂੰ ਇਸ ਨਾਵਲ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਕਿ ਜਿਹੜੇ ਭਾਰਤੀ ਫੌਜੀ ਨੇ ਉਹ ਵੈਲੀ ਦੇ ਵਿੱਚ ਮਾਰੇ ਜਾ ਰਹੇ ਨੇ ਔਰ ਭਾਰਤ ਨੂੰ ਬੈਟਰ ਇੰਟੈਲੀਜੈਂਸ ਦੀ ਲੋੜ ਹੈ, ਉਹਨਾਂ ਦੀਆਂ ਖੁਫੀਆ ਜਾਣਕਾਰੀ ਹੋਰ ਪੁਖਤਾ ਹੋਣੀ ਚਾਹੀਦੀ। ਸੋ ਹੀਅਰ ਇਜ਼ ਹਰਿੰਦਰ ਸਿੱਕਾ, ਫਿਰ ਇਹ ਕੋਟ ਅਨਕੋਟ ਹੈ ਜਿਵੇਂ ਉਹਨੂੰ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ। A very humble Sikh wants to spread the message of Guru Nanak। ਕਿਹਾ ਜਾ ਰਿਹਾ ਜੀ ਬਹੁਤ ਦੇਖੋ ਉਹ ਤਾਂ ਸਿੱਖੀ ਦਾ ਪ੍ਰਚਾਰ ਕਰਨਾ ਚਾਹੁੰਦਾ ਹੈ, but in real life is associated with forces who are committed to tyranny and subjugation of innocents in Punjab and Kashmir। ਪਰ ਅਸਲ 'ਚ RSS ਦਾ ਟੁਚਾ ਜਿਹੜਾ ਕਿ ਉਹਨਾਂ ਦੇ ਨਾਲ ਰਲਿਆ ਹੋਇਆ RSS ਨਾਲ ਜਿਹੜੇ ਪੰਜਾਬ ਔਰ ਕਸ਼ਮੀਰ ਨੂੰ ਗੁਲਾਮ ਰੱਖ ਕੇ ਸਿੱਖਾਂ ਔਰ ਕਸ਼ਮੀਰੀਆਂ ਤੇ ਜ਼ੁਲਮ ਕਰ ਰਹੇ ਨੇ। ਪਲੀਜ਼ ਸਕਰੋਲ ਡਾਊਨ ਔਨ ਦਾ ਲਿੰਕ ਗਿਵਨ ਬਿਲੋ। ਫਿਰ ਉਹਨਾਂ ਨੇ ਕਿਹਾ ਵੀ ਇਹ ਲਿੰਕ ਵੀ ਉਹਨਾਂ ਨੇ ਦਿੱਤਾ ਹੈ, ਪਲੀਜ਼ ਟੇਕ ਅਪ ਦਿਸ ਇਸ਼ੂ ਅਰਜੈਂਟਲੀ ਇਨ ਯੋਰ ਪ੍ਰੋਗਰਾਮ ਸੱਚੋ ਸੱਚ ਐਂਡ ਗਿਵ ਯੋਰ ਵੈਲਿਊਡ ਓਪੀਨੀਅਨ ਔਨ ਦਿਸ। ਥੈਂਕਸ। ਸੋ GC ਸਿੰਘ ਜੀ ਅਸੀਂ ਤੁਹਾਡਾ ਪੱਤਰ ਐਸ ਸੱਚ ਉਸ ਨੂੰ ਡਿਸਕਸ ਕੀਤਾ, ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਪੁਖਤਾ ਜਾਣਕਾਰੀ ਦਿੱਤੀ। ਬਹੁਤ ਵਾਰ ਫਿਲਮ ਦੇ ਵਿੱਚ ਕੀ ਜਿਹੜਾ ਗੁਰਮਤ ਦੇ ਮੁਤਾਬਕ ਹੈ ਜਾਂ ਕਿਵੇਂ ਉਹਦੇ ਵਿੱਚ ਕੀ ਹੈ ਉਹ ਤਾਂ ਬਹੁਤ ਸਾਰੀ ਚਰਚਾ ਹੋਈ, ਪਰ ਇਹਦਾ ਪਿਛੋਕੜ ਜਾਂ ਇਹਦਾ ਇਸ ਕਿਸਮ ਦਾ ਨਾਵਲ ਲਿਖਣਾ ਔਰ ਉਸ ਦੀ ਪ੍ਰਮੋਸ਼ਨ ਔਰ ਇਹ ਸਾਰਾ ਏਜੰਡਾ, ਸੋ ਇਹਦੇ ਤੋਂ ਮੈਂ ਉਹ ਅਮਰੀਕਨ ਐਕਸਪ੍ਰੈਸ਼ਨ ਦੇ ਨਾਲ ਇਸ ਸੈਗਮੈਂਟ ਨੂੰ ਐਂਡ ਕਰਾਂ ਕਿ ਬਹੁਤ ਵਾਰ ਤੁਹਾਡੇ ਕੋਲ ਉਹ ਤਰੀਕਾ ਤਾਂ ਨਹੀਂ ਹੁੰਦਾ ਵੀ ਤੁਹਾਡੀ ਹਰ ਫਾਈਲ ਤੱਕ ਪਹੁੰਚ ਹੋਏ ਜਾਂ ਕਿਸੇ ਵੀ ਫਾਈਲ ਤੱਕ ਨਹੀਂ ਹੁੰਦੀ, ਪਰ ਉਹ ਅਮਰੀਕਨਾਂ ਦੀ ਇੱਕ ਬੜੀ ਸੋਹਣੀ ਐਕਸਪ੍ਰੈਸ਼ਨ ਹੈ, ਵਟ ਲੁਕਸ ਲਾਈਕ ਏ ਡਕ
quacks like a duck, walks like a duck is a duck test. So ਜੀ। duck test ਦੇ ਵਿੱਚ ਇਹ RSS ਸਟੂਜ ਹੀ ਪ੍ਰੂਵ ਹੁੰਦਾ। ਬਿਲਕੁਲ ਡਾਕਟਰ ਸਾਹਿਬ ਇੱਥੇ ਰਹਿੰਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੋਂ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਟੀਵੀ 84 ਦੀ ਚੜ੍ਹਦੀ ਕਲਾ ਲਈ ਤੁਸੀਂ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਤੁਸੀਂ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।